संत सभा जयकार कर, गुरमुख कर्म कमाओ। निर्मल नावन नानका, गुर तीरथ दरियाओ। सतनाम वाहिगुरु साहिब जी। माग मज्जन संग साधुआ, धूड़ी कर इशनान। हर का नाम ध्याए, सुन सबना नो कर दान। माग मज्जन संग साधुआ, धूड़ी कर इशनान। हर का नाम ध्याए, सुन सबना नो कर दान। जन्म कर्म मल उतरै, मन ते जाए गुमान। काम क्रोध ना मोहिए, बिन सै लोभ सुआन। सच्चे मार्ग चलदियां, उस्तत करे जहान। 68 तीरथ सगल पुन, जी दया परवान। जिसनों देवै दया कर, सोई पुरख सुजान। जिन्ना मिलिया प्रभ अपना, नानक तिन कुर्बान। मांग सुचे से कांडियै, जिन पूरा गुर मेहरबान। जिन्ना मिलिया प्रभ अपना, नानक तिन कुर्बान। मांग सुचे से कांडियै, जिन पूरा गुर मेहरबान। परम सन्मान योग जुग हो जुग अटल सतगुरु धन धन गुरु ग्रंथ साहिब महाराज जी की पावन पवित्र हजूरी अंदर सुबाईमान हुए बैठे गुरु सवारी सतसंगी जनों, सतगुरां दी अपार बख्शिश रहमत सदका गुरु दरबार अंदर बैठ भाई साहब जी दे जथे पासों अलाही बाणी दा कीर्तन सरवण कर साहिबां दे दरबार दे अंदर ये मिले हुए समय नूं सफला कर रहे हो। सतगुरु बख्शिश रहमत करन, गाविया सुनिया साडे हिरदे दा शिंगार बने। साडी सुरत परमात्मा दे नाल एकमिक होए, जिउंदे जी इस मनुखा जन्म नूं सफला कर जाइए। अज माघ महीने की आरंभता हुई है। इस महीने राही सानू गुरमत की उपदेश बख्शिश कर रही। आओ कुछ समा सतगुरु दे इन्हां पावन बचनां नूं जो माझ राग दे अंदर साहिब जी ने 12 माह बख्शिश कीता, उन्हां बचनां दे विचों अज दे महीने संबंधी कुछ विचारां दी सांझ करन दा यतन करिए। विचार आरंभन तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब महाराज जी ने
ਪਾਵਨ ਬਾਣੀ ਅੰਦਰ ਬੜੀਆਂ ਅਪਾਰ ਬਖਸ਼ਿਸ਼ ਰਹਿਮਤਾਂ ਕੀਤੀਆਂ ਕਿ ਕਿਸੇ ਤਰੀਕੇ ਕਿਸੇ ਵਿਧੀ ਜੁਗਤੀ ਢੰਗ ਤਰੀਕੇ ਦੇ ਨਾਲ ਇਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਚਰਨਾਂ ਅੰਦਰ ਇੱਕਮਿਕ ਹੋ ਜਾਏ। ਸਾਹਿਬ ਜੀ ਨੇ ਜਦੋਂ ਇਸ ਮਹੀਨੇ ਅੰਦਰ ਗੁਣ ਉਪਦੇਸ਼ ਬਖਸ਼ਿਸ਼ ਕਰਨਾ ਹੈ ਤੇ ਖਾਸ ਕਰਕੇ ਇਸ ਸ਼ਬਦ ਦੇ ਅੰਦਰ ਉਹਨਾਂ ਸੰਬੰਧੀ ਜ਼ਿਕਰ ਹੈ ਜਿਹੜੇ ਭਰਮ ਭੁਲੇਖਿਆਂ ਦਾ ਸ਼ਿਕਾਰ ਬਣ ਕਰਮ ਕਾਂਡੀ ਆਗੂ ਨੂੰ ਵਿੱਚ ਪਾ ਕੇ ਅਧਿਆਤਮਕ ਯਾਤਰਾ ਆਪਣੀ ਸ਼ੁਰੂ ਕਰਨੀ ਚਾਹੁੰਦੇ ਨੇ, ਪਰ ਉਹ ਸਭ ਤੋਂ ਪਹਿਲਾਂ ਤੀਰਥਾਂ ਤੇ ਹੀ ਨਹਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਇਸੇ ਨੂੰ ਹੀ ਸਮਝਦੇ ਹਨ ਕਿ ਹੁਣ ਸਾਡੇ ਪਾਪ ਜਿਹੜੇ ਹਨ ਉਹ ਉਤਰ ਜਾਣਗੇ। ਪਹਿਲੀ ਗੱਲ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਜਦੋਂ ਕੋਈ ਵੀ ਕੰਮ ਕਰਨਾ ਹੋਏ ਉਸ ਤੋਂ ਪਹਿਲਾਂ ਸਾਨੂੰ ਵਿਚਾਰ ਲੈਣਾ ਚਾਹੀਦਾ ਕਿ ਸੋਚ ਲੈਣਾ ਚਾਹੀਦਾ ਹੈ ਕਿ ਜਿਹੜਾ ਕੰਮ ਕਰਨ ਲੱਗੇਗਾ ਇਸ ਦੇ ਵਿੱਚੋਂ ਸਾਨੂੰ ਲਾਭ ਕੀ ਪ੍ਰਾਪਤ ਹੋਵੇਗਾ। ਕਿਤੇ ਉਹ ਨਾ ਹੋਏ ਕਿ ਬਹੁਤਾਤ ਲੰਬਾ ਸਮਾਂ ਇਹ ਕੰਮ ਕਰਦੇ ਰਹੀਏ ਤੇ ਇਸ ਵਿੱਚੋਂ ਸਾਨੂੰ ਲਾਭ ਬਿਲਕੁਲ ਵੀ ਨਾ ਹੋਏ। ਇਨਸਾਨ ਦੁਨਿਆਵੀ ਤੌਰ ਤੇ ਵੀ ਕੋਈ ਕਾਰੋਬਾਰ ਕਰਦਾ ਹੈ, ਪਹਿਲਾਂ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਦਾ ਹੈ, ਫਿਰ ਚੰਗੇ ਸੂਝਵਾਨਾਂ ਦੀ ਸਲਾਹ ਲੈਂਦਾ ਹੈ ਕਿ ਉਹ ਨਾ ਕੋਈ ਕੰਮ ਆਰੰਭ ਕਰ ਦਿੱਤਾ ਜਾਏ ਤੇ ਇਸ ਕੰਮ ਦੇ ਅੰਦਰ ਵਾਧਾ ਵੀ ਕੋਈ ਨਾ ਹੋਏ। ਸਾਹਿਬ ਕਹਿਣ ਲੱਗੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁਝੀਐ, ਅਕਲੀ ਕੀਚੈ ਦਾਨ। ਸਾਹਿਬ ਕਹਿਣ ਲੱਗੇ ਹਰ ਕੰਮ ਜਿਹੜਾ ਹੈ ਉਹ ਅਕਲ ਤੋਂ ਕੀਤਾ ਜਾਏ, ਸੂਝਵਾਨ ਬਣ ਕੇ ਸਿਆਣਾ ਬਣ ਕੇ ਕਿਸੇ ਚੰਗੇ ਤੋਂ ਪੁੱਛ ਕੇ ਜਦੋਂ ਕੋਈ ਕੰਮ ਆਰੰਭ ਕਰੀਏ ਫਿਰ ਉਸ ਕੰਮ ਦੇ ਅੰਦਰ ਕਦੀ ਘਾਟੇ ਨਹੀਂ ਪੈਂਦੇ। ਪਰ ਇਹ ਇਨਸਾਨ ਪੁੱਛਦਾ ਵੀ ਉਹਨਾਂ ਤੋਂ ਹੈ ਜਿਨ੍ਹਾਂ ਦੀ ਆਪਣੀ ਅਜੇ ਸਾਂਝ ਕੋਈ ਨਹੀਂ ਬਣੀ, ਜਿਹੜੇ ਆਪ ਅਧੂਰੇ, ਬਾਹਰੋਂ ਉਹਨਾਂ ਦਾ ਵਿਖਾਵਾ ਬਿਲਕੁਲ ਪੂਰਾ ਨਜ਼ਰ ਆਉਂਦਾ ਹੈ ਪਰ ਆਪਣੇ ਹਿਰਦੇ ਅੰਦਰ ਉਹਨਾਂ ਦੇ ਗੁਰੂ ਦਾ ਗਿਆਨ ਨਹੀਂ। ਸਾਹਿਬ ਕਹਿਣ ਲੱਗੇ ਜਿਹੜੇ ਐਸਿਆਂ ਦਾ ਸਹਾਰਾ ਲੈਂਦੇ ਨੇ ਉਹ ਆਪ ਵੀ ਡੁੱਬਦੇ ਹਨ ਤੇ ਦੂਸਰਿਆਂ ਨੂੰ ਵੀ ਡੋਬ ਜਾਂਦੇ ਨੇ। ਸਤਿਗੁਰੂ ਦੇ ਬਚਨ ਨੇ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ, ਜੇ ਸਾਹਿਬ ਕਹਿ ਕਰ ਵਤ ਹੋਵੇ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ, ਜਿਸ ਦੀ ਸੇਵਾ ਕੀਤੀ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਜਿਹੜੇ ਪੂਰੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਲੇਖੇ ਪਾਟ ਜਾਂਦੇ ਨੇ। ਹੁਣ ਜਿਹੜੇ ਅਧੂਰਿਆਂ ਦੇ ਲੜ ਲੱਗ ਕੇ ਫਿਰ ਤੀਰਥਾਂ ਵੱਲ ਨੂੰ ਇਸ਼ਨਾਨਾਂ ਤੱਕ ਹੀ ਆਪਣੀ ਗੱਲ ਸੀਮਤ ਕਰ ਜਾਂਦੇ ਨੇ। ਸਾਹਿਬ ਨੇ ਪਾਵਨ ਬਾਣੀ ਅੰਦਰ ਬੜਾ ਸੁਚੇਤ ਕੀਤਾ, ਕਹਿਣ ਲੱਗੇ ਉਹਨਾਂ ਦੀ ਹਾਲਤ ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦੀ ਏ, ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੇ, ਬੌਰ ਕਮਾਵੇਂ ਹੋਏ ਨਿਸੰਕ, ਜਮਪੁਰ ਬਾਦ ਖਰੇ ਕਲੰਕ। ਕਿ ਪਿਛਲੇ ਪਾਪਾਂ ਨੂੰ ਹੁਣ ਤੀਰਥਾਂ ਤੇ ਇਸ਼ਨਾਨ ਕਰਕੇ ਉਤਾਰ ਆਈਏ, ਵਾਪਸ ਆਉਂਦੇ ਨੇ ਤੇ ਆ ਕੇ ਉਹੀ ਕੰਮ ਫਿਰ ਸ਼ੁਰੂ ਕਰ ਦਿੰਦੇ ਨੇ। ਸਾਹਿਬ ਕਹਿਣ ਲੱਗੇ ਫਿਰ ਅੰਦਰ ਤਾਂ ਚੇਂਜ ਕੋਈ ਨਾ ਹੋਇਆ, ਕਿਉਂਕਿ ਅੰਦਰ ਨੂੰ ਤਬਦੀਲ ਕਰਨ ਵਾਸਤੇ ਸਮਾਂ ਲੱਗਦਾ ਹੈ, ਉਸ ਵਾਸਤੇ ਪੜਨਾ ਪਏਗਾ, ਗੁਰੂ ਦੀ ਮੱਤ ਲੈਣੀ ਪਏਗੀ। ਤੀਰਥ ਤੇ ਇਸ਼ਨਾਨ ਕਰਨਾ ਕੋਈ ਔਖਾ ਨਹੀਂ, ਇਹ ਇਨਸਾਨ ਬੜੀ ਜਲਦੀ ਤੀਰਥ ਤੋਂ ਇਸ਼ਨਾਨ ਕਰਕੇ ਵਾਪਸ ਆ ਜਾਂਦਾ ਹੈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ਜੇ ਤੀਰਥਾਂ ਤੇ ਇਸ਼ਨਾਨ ਕਰ ਵੀ ਆਇਆ, ਦਾਨ ਪੁੰਨ ਵੀ ਕਰ ਲਏ, ਵਰਤ ਵੀ ਰੱਖ ਲਏ ਤੇ ਕੌਮੇ ਅੰਦਰੋਂ ਗਈ ਕੋਈ ਨਾ, ਤੇ ਫਿਰ ਤੇਰੇ ਇਸ ਇਸ਼ਨਾਨ ਦਾ ਕੋਈ ਬਹੁਤਾ ਲਾਭ ਨਜ਼ਰ ਨਹੀਂ ਆਉਂਦਾ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਤਾਂ ਹਾਥੀ ਦੇ ਇਸ਼ਨਾਨ ਵਾਂਗ ਪਹਿਲੀ ਮੈਲ ਜਿਹੜੀ ਉਤਰ ਜਾਂਦੀ ਏ ਤੇ ਹੋਰ ਜਿਹੜੀ ਉਹ ਚੜ ਜਾਂਦੀ ਏ। ਜਿਵੇਂ ਹਾਥੀ ਸਾਫ਼ ਨਹੀਂ ਰਹਿੰਦਾ, ਕਰਮ ਕਾਂਡੀ ਵੀ ਉਸੇ ਤਰ੍ਹਾਂ ਸਾਫ਼ ਨਹੀਂ ਰਹਿੰਦਾ, ਕਿਉਂਕਿ ਉਸਨੇ ਆਪਣੇ ਆਪ ਨੂੰ ਬਦਲਣ ਦਾ ਯਤਨ ਨਹੀਂ ਕਰਨਾ, ਗੁਰੂ ਤੇ ਬੜਾ ਯਤਨ ਕਰਦਾ ਹੈ। ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਘਰ ਦੇ ਅੰਦਰ ਕਿਸੇ ਪਿੰਜਰੇ ਦੇ ਅੰਦਰ ਪੰਛੀ ਰੱਖਿਆ ਹੋਏ,
ਕੁਝ ਕੁ ਸਮਾਂ ਆਪਾਂ ਉਸ ਨੂੰ ਬਾਹਰ ਕੱਢ ਦਿੰਨੇ ਆ। ਹੁਣ ਪਿੰਜਰਾ ਜਿਹੜਾ ਖੁੱਲਾ ਹੋਇਆ ਹੈ ਤੇ ਇਹੀ ਪੰਛੀ ਇੱਕਦਮ ਕੁਝ ਕੁ ਘਰ ਦੇ ਅੰਦਰ ਚੱਕਰ ਲਾਉਂਦਾ ਹੈ ਤੇ ਆ ਕੇ ਫਿਰ ਉਸ ਪਿੰਜਰੇ ਦੇ ਅੰਦਰ ਵੜ ਜਾਂਦਾ ਹੈ, ਕਿਉਂਕਿ ਉਸ ਦੀ ਯਾਰੀ, ਉਸ ਦਾ ਸੰਬੰਧ ਹੁਣ ਪਿੰਜਰੇ ਤੱਕ ਸੀਮਿਤ ਰਹਿ ਗਿਆ। ਉਹ ਇਸ ਪਿੰਜਰੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦਾ। ਆਪ ਤਾਂ ਅਸੀਂ ਹੁਣ ਪਿੰਜਰੇ ਅੰਦਰ ਨਹੀਂ ਪਾਇਆ, ਬਾਹਰ ਕੁਝ ਸਮਾਂ ਕੱਢਿਆ ਸੀ ਤੇ ਆਪਣੇ ਆਪ ਉਸੇ ਪਿੰਜਰੇ ਅੰਦਰ ਚਲਾ ਗਿਆ। ਕਰਮ ਕਾਂਡੀ ਨੂੰ ਵੀ ਗੁਰਮਤ ਬਾਹਰ ਕੱਢਣਾ ਚਾਹੁੰਦੀ ਹੈ, ਪਰ ਇਹ ਕਰਮ ਕਾਂਡੀ ਉਹਨਾਂ ਪਿੰਜਰਿਆਂ ਦੇ ਅੰਦਰ, ਕਰਮ ਕਾਂਡਾਂ ਦੇ ਅੰਦਰ, ਜੋਤਸ਼ੀਆਂ ਦੇ ਪਿੱਛੇ ਜਾਂ ਜਿਸ ਪਾਸੇ ਵੀ ਕਿਸੇ ਨੇ ਕਹਿ ਦਿੱਤਾ ਇਹ ਉਸ ਪਾਸੇ ਵੱਲ ਤੁਰ ਪੈਂਦਾ ਹੈ। ਤਾਂ ਹੀ ਤਾਂ ਇਸ ਦੇ ਜੀਵਨ ਦੇ ਅੰਦਰ ਕੋਈ ਤਬਦੀਲੀ ਨਜ਼ਰ ਨਹੀਂ ਆਉਂਦੀ। ਤੀਰਥਾਂ ਤੇ ਇਸ਼ਨਾਨ ਕਰਨ ਗਿਆ, ਸਾਹਿਬ ਕਹਿਣ ਲੱਗੇ ਜ਼ਰੂਰੀ ਨਹੀਂ ਕੋਣੇ ਪਵਿੱਤਰ ਹੋ ਗਿਆ। ਸੁੱਚੇ ਇਹ ਨਾ ਆਖੀਏ ਬੈਣ ਜੋ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜੇ ਕਰਤਾ ਹੀ ਹਿਰਦੇ ਅੰਦਰ ਨਹੀਂ ਵਸਿਆ ਤੇ ਕਾਹਦਾ ਤੂੰ ਸੁੱਚਾ ਬਣਿਆ। ਸਤਿਗੁਰੂ ਨੇ ਪਾਵਨ ਬਾਣੀ ਅੰਦਰ ਇਸ ਸੰਬੰਧੀ ਜ਼ਿਕਰ ਵੀ ਬੜਾ ਕੀਤਾ। ਕਹਿਣ ਲੱਗੇ ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਨੇ ਕਛੂ ਨਾ ਹੋਵੇ, ਨਾ ਕੀ ਰਾਮ ਇਆਨਾ। ਇਸ ਇਨਸਾਨ ਦੀ ਹਾਲਤ ਖਾਸ ਕਰਕੇ ਜਦੋਂ ਇਸ ਮਹੀਨੇ ਦੀ ਗੱਲ ਕਰਦੇ ਆ ਤੇ ਇਹ ਸਨਾਤਨ ਧਰਮ ਦੇ ਅੰਦਰ ਇਹ ਦਿਨ ਜਿਹੜੇ ਹਨ ਸੰਗਰਾਂਦ ਮਾਘ ਦੀ ਬੜੀ ਪਵਿੱਤਰ ਮੰਨੀ ਜਾਂਦੀ, ਕਿਉਂਕਿ ਪ੍ਰਯਾਗਰਾਜ ਇਲਾਹਾਬਾਦ ਦੀ ਧਰਤੀ ਤੇ ਜਿੱਥੇ ਇਹ ਨਦੀਆਂ ਦਾ ਸੰਗਮ ਹੈ, ਉੱਥੇ ਇਸ ਦਿਨ ਅੰਦਰ ਇਸ਼ਨਾਨ ਕਰਕੇ ਤੇ ਹਿੰਦੂ ਧਰਮ ਦੇ ਬਹੁਤਾਤ ਲੋਕ ਜਿਹੜੇ ਹਨ ਉਹ ਕਹਿੰਦੇ ਹਨ ਅਸੀਂ ਪਵਿੱਤਰ ਹੋ ਗਏ, ਸਾਡੇ ਪਾਪ ਜਿਹੜੇ ਹਨ ਉਹ ਉਤਰ ਗਏ। ਸਾਹਿਬ ਕਹਿਣ ਲੱਗੇ ਨਹੀਂ, ਜਿੰਨੀ ਦੇਰ ਆਪਣੇ ਆਪ ਨੂੰ ਨਹੀਂ ਬਦਲੇਗਾ ਓਨੀ ਦੇਰ ਭਾਵੇਂ ਤੂੰ, ਕਿਉਂਕਿ ਸਾਡੇ ਅੰਦਰ ਵੀ ਕਰਮਕਾਂਡ ਜਿਹੜੇ ਨਿਕਲੇ ਨਹੀਂ। ਮੁਕਤਸਰ ਸਾਹਿਬ ਦੀ ਧਰਤੀ ਤੇ ਅਸੀਂ ਵੀ ਬਹੁਤਾਤ ਮਾਘ ਦੀ ਪਹਿਲੀ ਤਰੀਕ ਨੂੰ ਉੱਥੇ ਪਹੁੰਚ ਜਾਂਦੇ ਆ ਔਰ ਇਤਿਹਾਸ ਵੀ ਉਸ ਦੇ ਨਾਲ ਜੋੜ ਦਿੱਤਾ ਕਿ ਮੁਕਤਸਰ ਦੀ ਜੰਗ ਜਿਹੜੀ ਹੈ ਉਹ ਇਹਨਾਂ ਦਿਨਾਂ ਦੇ ਅੰਦਰ ਹੋਈ, ਪਰ ਇਤਿਹਾਸ ਕਹਿੰਦਾ ਹੈ ਕਿ ਉਹ ਜੰਗ ਮਈ ਅਤੇ ਜੂਨ ਦੇ ਮਹੀਨੇ ਅੰਦਰ ਹੋਈ। ਤਾਂ ਹੀ ਤੇ ਸਤਿਗੁਰੂ ਪਾਣੀ ਦੀ ਢਾਬ ਉੱਪਰ ਕਬਜ਼ਾ ਕਰਦੇ ਨੇ। ਜੇ ਕਿਤੇ ਇਹ ਜੰਗ ਮਾਘ ਦੇ ਮਹੀਨੇ ਅੰਦਰ ਹੋ ਰਹੀ ਹੈ ਤੇ ਪਾਣੀ ਦੇ ਉੱਪਰ ਕਬਜ਼ਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਇਹਨਾਂ ਸਰਦੀਆਂ ਦੇ ਦਿਨਾਂ ਅੰਦਰ ਕੋਈ ਮਨੁੱਖ ਨੂੰ ਪਿਆਸ ਬਹੁਤੀ ਨਹੀਂ ਲੱਗਦੀ। ਗਰਮੀਆਂ ਦਾ ਸਮਾਂ ਸੀ, ਤਾਂ ਹੀ ਸਤਿਗੁਰੂ ਨੇ ਉਸ ਪਾਣੀ ਦੇ ਉੱਪਰ, ਉਸ ਢਾਬ ਦੇ ਉੱਪਰ, ਖਿਦਰਾਣੇ ਦੀ ਢਾਬ ਦੇ ਉੱਪਰ ਕਬਜ਼ਾ ਕੀਤਾ ਕਿ ਦੁਸ਼ਮਣ ਜਿਹੜਾ ਹੈ ਬੇਹਾਲ ਹੋਇਆ ਪਾਣੀ ਤੋਂ ਆਪਣੇ ਆਪ ਪਿੱਛੇ ਮੁੜ ਜਾਏਗਾ। ਪਰ ਅਸੀਂ ਉਸ ਇਤਿਹਾਸ ਨੂੰ ਵੀ ਇਸ ਦੇ ਨਾਲ ਜੋੜ ਦਿੱਤਾ ਤੇ ਅਸੀਂ ਕਹਿੰਦੇ ਆ ਇਸ ਇੱਕ ਮਾਘ ਨੂੰ ਜਾ ਕੇ ਮਾਘੀ ਵਾਲੇ ਦਿਨ ਮੁਕਤਸਰ ਸਾਹਿਬ ਦੀ ਧਰਤੀ ਤੇ ਇਸ਼ਨਾਨ ਕਰਾਂਗੇ ਤੇ ਪਾਰ ਲੱਗ ਜਾਵਾਂਗੇ। ਸਾਹਿਬ ਕਹਿਣ ਲੱਗੇ ਜ਼ਰੂਰੀ ਨਹੀਂ, ਅੰਤਰ ਮਹਿਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਨੇ ਕਛੂ ਨਾ ਹੋਵੇ, ਨਾ ਕੀ ਰਾਮ ਇਆਨਾ। ਲੋਕਾਂ ਨੂੰ ਤੇ ਭੁਲੇਖਾ ਪਾ ਸਕਦਾ ਹੈ, ਪਰ ਕਹਿਣ ਲੱਗੇ ਆਪਣੇ ਆਪ ਨੂੰ ਤੇ ਨਹੀਂ ਬਦਲਿਆ। ਰੱਬ ਕੋਈ ਨਿਆਣਾ ਥੋੜੀ ਹੈ। ਸਾਹਿਬ ਕਹਿਣ ਲੱਗੇ ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਡੁਕ ਨਾਵੇ। ਜੈਸੇ ਮੇਂਡੁਕ ਤੈਸੇ ਓਏ ਨਰ, ਫਿਰ ਜੋਨੀ ਆਵੇਂ। ਜਿਹੜਾ ਡੱਡੂ ਹੈ, ਮੇਂਡਕ ਹੈ, ਉਹ ਤੇ ਰਹਿੰਦਾ ਹੀ ਪਾਣੀ ਅੰਦਰ ਹੈ, ਤੇ ਜੇ ਪਾਣੀ ਅੰਦਰ ਰਿਹਾ ਹੀ ਮੁਕਤੀ ਹੁੰਦੀ ਤੇ ਡੱਡੂ ਤੇ ਸ਼ਾਇਦ ਕਦੇ ਦਾ ਬ੍ਰਹਮ ਗਿਆਨੀ ਬਣ ਜਾਂਦਾ। ਭਗਤਾਂ ਨੇ ਤਾਂ ਇਥੋਂ ਤੱਕ ਜ਼ਿਕਰ ਕੀਤਾ, ਕਹਿਣ ਲੱਗੇ ਤੀਰਥਾਂ ਦੇ ਕਿਨਾਰੇ ਤੇ ਘਰ ਵੀ ਬਣਾ ਲਵੇਂ ਤਾਂ ਵੀ ਗੱਲ ਨਹੀਂ ਬਣਨੀ। ਅੱਜ ਤੂੰ ਤੀਰਥਾਂ ਤੇ ਕਦੀ ਕਦੀ ਜਾਣਾ ਹੈ, ਇਸ਼ਨਾਨ ਕਰਦਾ, 2-4 ਦਿਨ ਦਾਨ ਪੁੰਨ ਕਰਦਾ, ਵਾਪਸ ਮੁੜ ਆਉਣਾ ਹੈ। ਪਰ ਜੇ ਤੀਰਥ ਦੇ ਕਿਨਾਰੇ ਤੇ ਵੀ ਕਿਤੇ ਘਰ ਬਣ ਜਾਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਤੀਰਥ ਦਾ ਜਲ ਵਰਤੀ ਜਾਏ, ਸਾਹਿਬ ਕਹਿਣ ਲੱਗੇ ਤਾਂ ਵੀ ਜੇ ਆਪਣੇ ਆਪ ਨੂੰ ਨਹੀਂ ਬਦਲਿਆ ਤੇ ਇਹ ਤੀਰਥ ਦਾ ਜਲ ਤੇਰਾ ਕੁਝ ਨਹੀਂ ਸਵਾਰ ਸਕਦਾ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇਂ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੇ ਕਬੀਰ। ਸਾਹਿਬ ਕਹਿਣ ਲੱਗੇ ਜੇ ਆਪਣੇ ਆਪ ਨੂੰ ਨਹੀਂ ਬਦਲਿਆ ਤੇ ਫਿਰ ਜਿੰਨੇ ਮਰਜੀ ਇਸ ਤਰ੍ਹਾਂ ਦੇ ਤੀਰਥਾਂ ਤੇ ਇਸ਼ਨਾਨ ਕਰਕੇ ਆ ਜਾ, ਤੇਰੇ ਜੀਵਨ ਦੇ ਅੰਦਰ ਕ੍ਰਾਂਤੀ ਨਹੀਂ ਆਉਣ ਵਾਲੀ। ਕਿਸੇ ਵਿਦਵਾਨ ਨੇ, ਬੁੱਲੇ ਸ਼ਾਹ ਵਰਗਿਆਂ ਨੇ ਬੜੇ ਸੋਹਣੇ ਬੋਲ ਸਾਂਝੇ ਕੀਤੇ। ਕਹਿਣ ਲੱਗੇ ਮੱਕੇ ਗਿਆ ਗਲ ਮੁਕਦੀ ਨਹੀਂ, ਜੇਕਰ ਦਿਲੋਂ ਨਾ ਆਸ ਮੁਕਾਈਏ, ਗਿਆ ਗਿਆ ਗਲ ਮੁਕਦੀ ਨਹੀਂ। ਭਾਵੇਂ ਕਿੰਨੇ ਪਿੰਡ ਭਰਾਈਏ,
ਗੰਗਾ ਗਿਆਂ ਗਲ ਮੁਕਦੀ ਨਹੀਂ, ਭਾਵੇਂ 100 ਗੋਤੇ ਲਾਈਏ। ਬੁੱਲੇ ਸ਼ਾਹ ਗੱਲ ਤਾਂ ਬਣਦੀ ਜੇ ਮੈਂ ਨੂੰ ਖਰੇ ਲੁਟਾਈਏ। ਜੇ ਆਪਣੀ ਕੌਮੇ ਨੂੰ ਆਪਣੇ ਵਿੱਚੋਂ ਕੱਢਾਂਗੇ ਤਾਂ ਜੀਵਨ ਦੇ ਅੰਦਰ ਕੁਝ ਕ੍ਰਾਂਤੀ ਆਉਣੀ ਏ। ਭਾਈ ਗੁਰਦਾਸ ਜੀ ਨੇ ਵੀ ਬੜੇ ਸੋਹਣੇ ਕੁਝ ਉਦਾਹਰਨ ਦਿੱਤੇ। ਕਹਿਣ ਲੱਗੇ 68 ਤੀਰਥਾਂ ਤੇ ਘੁੰਮਣ ਵਾਲਿਆ ਮਨਮੁਖ ਇਨਸਾਨ, ਜੇ ਤੇ ਉਥੋਂ ਦਾ ਕੋਈ ਉਪਦੇਸ਼ ਆਪਣੇ ਹਿਰਦੇ ਅੰਦਰ ਵਸਾ ਲੈਂਦਾ ਤੇ ਤੀਰਥ ਨੇ ਤੈਨੂੰ ਜ਼ਰੂਰ ਬਦਲ ਦੇਣਾ ਸੀ, ਪਰ ਤੇਰੀ ਹਾਲਤ ਬਗਲੇ ਵਾਲੀ ਬਣ ਗਈ। ਤੂੰ ਉੱਪਰੋਂ ਕੁਝ ਹੈ, ਅੰਦਰੋਂ ਕੁਝ ਹੈ। ਤੇਰੀ ਹਾਲਤ ਤੂੰ ਜਿੱਥੇ ਵੀ ਬੈਠਦਾ ਹੈ ਤੂੰ ਕੁਝ ਨਾ ਕੁਝ ਖਾਣ ਦਾ ਹੀ ਯਤਨ ਕਰਨਾ। ਕੋਈ ਡੱਡੀ ਮਿਲ ਜਾਏ, ਮੱਛੀ ਮਿਲ ਜਾਏ, ਬਾਹਰੋਂ ਤੇਰਾ ਚਿੱਟਾ ਲਿਬਾਸ, ਪਰ ਤੂੰ ਅੰਦਰੋਂ ਤਾਂ ਨਹੀਂ ਬਦਲਿਆ। ਫਿਰ ਉਹਨਾਂ ਨੇ ਦੂਸਰਾ ਉਦਾਹਰਨ ਇੱਕ ਹਾਥੀ ਦਾ ਦਿੱਤਾ। ਕਹਿਣ ਲੱਗੇ ਹਾਥੀ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ, ਕੁਝ ਸਮਾਂ ਬਾਹਰ ਕੱਢਿਆ, ਹਾਥੀ ਨੂੰ ਨਹਾਉਣ ਵਾਲਾ ਆਪ ਇਸ਼ਨਾਨ ਕਰਕੇ ਅਜੇ ਮੁੜਦਾ ਵੀ ਨਹੀਂ ਤੇ ਹਾਥੀ ਫਿਰ ਆਪਣੇ ਉੱਪਰ ਚਿੱਕੜ ਸੁੱਟ ਲੈਂਦਾ ਹੈ। ਇਹ ਇਨਸਾਨ ਮੈਨੂੰ ਤੇਰੀ ਵੀ ਹਾਲਤ ਇਸੇ ਤਰ੍ਹਾਂ ਨਜ਼ਰ ਆਉਂਦੀ ਏ। ਤੂੰ ਵੀ ਦਾਨ ਪੁੰਨ ਬੜੇ ਕਰ ਲੈ, ਪਰ ਫਿਰ ਆ ਕੇ ਉਸੇ ਹਾਥੀ ਵਾਂਗ ਆਪਣੇ ਉੱਪਰ ਵਿਕਾਰਾਂ ਦਾ ਚਿੱਕੜ ਤੂੰ ਸੁੱਟ ਲੈਣਾ ਹੈ। ਤੀਸਰਾ ਉਦਾਹਰਣ ਭਾਈ ਗੁਰਦਾਸ ਜੀ ਨੇ ਸਾਂਝਾ ਕੀਤਾ ਇੱਕ ਤੁੰਮੇ ਦਾ। ਕਹਿਣ ਲੱਗੇ ਤੁੰਮੇ ਨੂੰ ਜਿੰਨੇ ਹੀ ਮਰਜ਼ੀ ਤੀਰਥਾਂ ਤੇ ਲਈ ਫਿਰ ਤੁੰਮੇ ਦੀ ਕਦੀ ਵੀ ਕੁੜੱਤਣ ਨਹੀਂ ਜਾ ਸਕਦੀ। ਚੌਥਾ ਉਦਾਹਰਨ ਉਹ ਸਾਂਝਾ ਕਰਦੇ ਨੇ। ਕਹਿਣ ਲੱਗੇ ਪੱਥਰ ਨੂੰ ਪਾਣੀ ਦੇ ਅੰਦਰ ਰੱਖ ਦਿੱਤਾ ਜਾਏ, ਜਿੰਨਾ ਮਰਜ਼ੀ ਸਮਾਂ ਇਹ ਪੱਥਰ ਪਾਣੀ ਅੰਦਰ ਪਿਆ ਰਹੇ, ਕਦੀ ਵੀ ਇਸ ਪੱਥਰ ਦੇ ਅੰਦਰ ਪਾਣੀ ਨਹੀਂ ਜਾ ਸਕਦਾ। ਐ ਮਨਮੁਖ ਇਨਸਾਨ, ਮੈਨੂੰ ਤੇਰੀ ਵੀ ਹਾਲਤ ਕੁਝ ਇਸੇ ਤਰ੍ਹਾਂ ਹੀ ਨਜ਼ਰ ਆਉਂਦੀ ਹੈ। ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਹਾਵਣ ਜਾਹੀ, ਬਗੁਲ ਸਮਾਦ ਲਗਾਏ ਕੈ ਜਿਉ ਜਲ ਜਨਤਾ ਘੁੱਟ ਘੁੱਟ ਖਾਹੀ। ਹਸਤੀ ਨੀਰ ਨਵਾਲੀਣ ਬਾਹਰ ਨਿਕਲ ਖੇ ਉਡਾਈ, ਨਦੀ ਨਾ ਡੁੱਬੈ ਤੁੰਬੜੀ ਤੀਰਥ ਵਿਸ ਨਿਵਾਰੈ ਨਾਹੀ। ਪੱਥਰ ਨੀਰ ਪਖਾਲੀਐ ਚਿੱਤ ਕਠੋਰ ਨ ਭਿੱਜੈ ਗਾਈ, ਮਨਮੁਖ ਭਰਮ ਨ ਉਤਰੈ ਭੰਬਲ ਪੂਸੇ ਖਾਏ ਪਵਾਹੀ। ਕਹਿਣ ਲੱਗੇ ਮਨਮੁਖ ਦਾ ਭਰਮ ਨਹੀਂ ਉਤਰਨਾ। ਔਰ ਇਸ ਤਰ੍ਹਾਂ ਦਾ ਇਨਸਾਨ ਕਈ ਵਾਰ ਇੱਥੋਂ ਤੱਕ ਯਤਨ ਕਰਦਾ ਹੈ ਕਿ ਜੇ ਤੀਰਥਾਂ ਤੇ ਗਿਆ ਹੋਇਆ ਕਿਤੇ ਸਵਾਸ ਵੀ ਨਿਕਲ ਜਾਣ ਤੇ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ। ਕੀ ਹੋਵੇਗਾ ਇਸ ਦੇ ਨਾਲ ਜੇ ਆਪਣੇ ਅੰਦਰ ਹੀ ਕ੍ਰਾਂਤੀ ਕੋਈ ਨਹੀਂ। ਸਾਹਿਬ ਕਹਿਣ ਲੱਗੇ ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਖੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬੋ ਸਾਧ ਨਾ ਕਰੈ, ਮਨ ਤੇ ਕਬੂ ਨਾ ਬਿਖਿਆ ਟਰੈ। ਜਲ ਧੋਵੈ ਬੋ ਦੇ ਅਨੀਤ, ਸੁਧ ਕਾਂ ਹੋਏ ਕਾਚੀ ਭੀਤ। ਸਾਹਿਬ ਕਹਿਣ ਲੱਗੇ ਸੰਗਤ ਤੋਂ ਬਿਨਾ ਗੱਲ ਨਹੀਂ ਬੰਨੀ। ਨਾ ਤੂੰ ਆਵੇਂ ਬਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਹਾਈਐ, ਨਾ ਤੂੰ ਆਵੇਂ ਬਸ ਧਰਤੀ ਧਾਈਐ। ਭਾਵੇਂ ਸਾਰੇ ਤੀਰਥਾਂ ਤੇ ਧਰਤੀ ਸਾਰੀ ਘੁੰਮ ਕੇ ਆ ਜਾ। ਸਾਹਿਬ ਕਹਿਣ ਲੱਗੇ ਜਿੰਨੀ ਦੇਰ ਗੁਰੂ ਕੇ ਉਪਦੇਸ਼ ਨੂੰ ਨਹੀਂ ਕਮਾਉਂਦਾ ਤੇਰੇ ਜੀਵਨ ਦੇ ਅੰਦਰ ਕਦੀ ਵੀ ਤਬਦੀਲੀ ਨਹੀਂ ਆਉਣੀ। ਹਾਂ, ਇਹਦਾ ਮਤਲਬ ਇਹ ਵੀ ਨਹੀਂ ਕਿ ਸਾਫ਼ ਸਫਾਈ ਹੋਣੀ ਨਹੀਂ ਚਾਹੀਦੀ। ਸਾਫ਼ ਸਫਾਈ ਆਪਣੇ ਤਨ ਦੀ ਕਰ। ਸਾਹਿਬ ਤਾਂ ਕਹਿਣ ਲੱਗੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਤੇਰਾ ਸਰੀਰ ਤਾਂ ਹੀ ਅਰੋਗ ਰਹਿ ਸਕਦਾ ਹੈ ਜੇ ਤੂੰ ਇਸ਼ਨਾਨ ਪਾਨ ਕਰੇ। ਪਰ ਉਹ ਇਸ਼ਨਾਨ ਤੇਰੇ ਆਪਣੇ ਘਰ ਦੇ ਅੰਦਰ ਵੀ ਹੋ ਸਕਦਾ ਹੈ ਜੇ ਤੀਰਥਾਂ ਤੇ ਵੀ ਕਰ ਲਏ। ਇਸ਼ਨਾਨ ਕਰਨ ਤੋਂ ਬਾਅਦ ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਲੈ ਆਵੇਂ ਤੇ ਸ਼ਾਇਦ ਤੇਰਾ ਕੀਤਾ ਹੋਇਆ ਉਹ ਇਸ਼ਨਾਨ ਵੀ ਸਫਲਾ ਹੋ ਜਾਏ। ਪਰ ਜੇ ਤੂੰ ਕਰਮ ਕਾਂਡਾਂ ਤੱਕ ਹੀ ਸੀਮਤ ਰਹਿ ਜਾਏ ਕਿ ਹਰ ਸਾਲ ਜਾਂ 6 ਮਹੀਨੇ ਮੈਂ ਤੀਰਥ ਤੇ ਜਾਣਾ ਹੈ, ਇਸ਼ਨਾਨ ਪਾਨ ਕਰਕੇ ਆਉਣਾ ਹੈ, ਦਾਨ ਪੁੰਨ ਕਰਕੇ ਆਉਣਾ ਹੈ, ਵਰਤ ਰੱਖਣੇ ਹਨ, ਪਰ ਆਪਣੇ ਆਪ ਨੂੰ ਨਹੀਂ ਬਦਲਣਾ ਤੇ ਇਹ ਸਾਰਾ ਕੁਝ ਤੇਰਾ ਹੀ ਭਰਮ ਰਹਿ ਜਾਏਗਾ। ਇਸ ਅੰਦਰ ਤੂੰ ਕਦੀ ਵੀ ਸਫਲਾ ਨਹੀਂ ਹੋ ਸਕਦਾ। ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੇ, ਕਹਿਣ ਲੱਗੇ ਮਾਘ ਘੱਗੇ ਨੂੰ ਸਿਆਰੀ, ਮਾਘ ਦੇ ਮਹੀਨੇ ਰਾਹੀਂ ਸਾਹਿਬ ਕਹਿਣ ਲੱਗੇ ਮੈਂ ਉਪਦੇਸ਼ ਦੇਣ ਲੱਗਾ। ਲੋਕ ਕੁਝ ਕਰ ਰਹੇ ਨੇ ਪਰ ਮੈਂ ਤੈਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਨਾ। ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਹਿਣ ਲੱਗੇ ਗੁਰੂ ਦੀ ਸੰਗਤ ਕਰ ਲੈ, ਕਿਸੇ ਚੰਗੇ ਪੁੱਗੇ ਕੋਈ ਮਹਾਂਪੁਰਖ ਦੀ ਸੰਗਤ ਕਰ ਲੈ ਜਿਹੜਾ ਆਪਣੀ ਗੱਲ ਨਹੀਂ ਕਰਦਾ, ਤੈਨੂੰ ਗੁਰੂ ਦੇ ਨਾਲ ਜੋੜਦਾ ਹੈ। ਜਦੋਂ ਉਸ ਤੇ ਸੰਗ ਰਹੇਗਾ ਤੇ ਸਾਹਿਬ ਕਹਿਣ ਲੱਗੇ ਉਹ ਵੀ ਤੈਨੂੰ ਗੁਰੂ ਦੇ ਨਾਲ ਜੋੜ ਸਕਦਾ ਹੈ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ।
ਸਾਹਿਬ ਨੇ ਪਾਵਨ ਬਾਣੀ ਅੰਦਰ ਜ਼ਿਕਰ ਕੀਤਾ, ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਸੰਗਤ ਦੇ ਅੰਦਰ ਆ ਕੇ ਜਦੋਂ ਗੁਰੂ ਕੇ ਉਪਦੇਸ਼ ਨੂੰ ਇਹ ਜੀਵ ਲੈ ਲੈਂਦਾ ਹੈ ਤੇ ਸਾਹਿਬ ਕਹਿਣ ਲੱਗੇ ਅਸਲ ਦੇ ਅੰਦਰ ਇਹ ਹੀ ਨਹਾਉਣਾ ਹੈ। ਜਦੋਂ ਮਨ ਦੀ ਮੈਲ ਜਿਹੜੀ ਉਤਰ ਗਈ, ਕਿਉਂਕਿ ਜਪਜੀ ਸਾਹਿਬ ਦੇ ਅੰਦਰ ਵੀ ਆਪਾਂ ਇਹਨਾਂ ਬੋਲਾਂ ਨੂੰ ਪੜ੍ਹਦੇ ਆ। ਸਾਹਿਬ ਕਹਿਣ ਲੱਗੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਬਾਹਰਲੀਆਂ ਚੀਜ਼ਾਂ ਗੰਦੀਆਂ ਹੋ ਜਾਣ ਤੇ ਇਹਨਾਂ ਪਾਣੀ ਦੇ ਨਾਲ ਹੀ ਸਾਫ਼ ਹੋਣਾ ਹੈ। ਪਰ ਕਹਿ ਲੱਗੇ ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਸਾਹਿਬ ਕਹਿਣ ਲੱਗੇ ਮਤ ਮਲੀਨ ਹੋ ਗਈ ਤੇ ਇਸ ਨੇ ਪਾਣੀ ਦੇ ਨਾਲ ਸਾਫ਼ ਨਹੀਂ ਹੋਣਾ, ਇਸ ਨੇ ਗੁਰੂ ਕੀ ਵਿਚਾਰ ਦੇ ਨਾਲ ਸੰਗਤ ਦੇ ਅੰਦਰ ਬੈਠਿਆਂ ਹੀ ਸਾਫ਼ ਹੋਣਾ ਹੈ। ਸਾਹਿਬ ਕਹਿਣ ਲੱਗੇ ਜੀਵਨ ਦੇ ਅੰਦਰ ਤਬਦੀਲੀ ਜਦੋਂ ਵੀ ਆਉਣੀ ਹੈ ਉਹ ਗੁਰੂ ਕੀ ਸੰਗਤ ਕਰਕੇ ਹੀ ਆਉਣੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਸਾਹਿਬ ਕਹਿਣ ਲੱਗੇ ਸੰਗਤ ਦੀ ਜੀਵਨ ਨੂੰ ਬਦਲੇਗੀ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਕਹਿ ਲਗੇ ਖਰੀ ਦੇ ਨਾਮ ਨੂੰ ਪਹਿਲਾਂ ਆਪ ਸੁਣ, ਇਹ ਨਹੀਂ ਕਿ ਦੂਸਰਿਆਂ ਨੂੰ ਸੁਣਾਈ ਜਾਏ ਤੇ ਆਪਣੇ ਉੱਪਰ ਕੋਈ ਵੀ ਬਚਨ ਨਾ ਢੁਕਦਾ ਹੋਏ। ਸਾਹਿਬ ਕਹਿ ਲਗੇ ਹਰ ਕਾ ਨਾਮ ਧਿਆਏ, ਪਹਿਲਾਂ ਇਸ ਨੂੰ ਆਪ ਧਿਆ, ਇਸ ਨੂੰ ਸੁਣ, ਸਭਨਾ ਨੂੰ ਕਰਦਾਨ। ਜਦੋਂ ਇਹ ਦਾਨ ਕਰੇਗਾ, ਜਦੋਂ ਨਾਮ, ਜਦੋਂ ਗੁਰੂ ਦਾ ਸ਼ਬਦ ਕਿਸੇ ਨੂੰ ਸਿਖਾ ਦੇਗਾ, ਚੰਗੇ ਰਸਤੇ ਕਿਸੇ ਨੂੰ ਤੋਰ ਦੇਗਾ, ਸਾਹਿਬ ਕਹਿਣ ਲੱਗੇ ਤੇਰਾ ਇਹ ਵੀ ਸਮਝੋ ਇੱਕ ਦਾਨ ਹੀ ਹੋਏਗਾ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਸਾਹਿਬ ਕਹਿਣ ਲੱਗੇ ਤੇਰੇ ਇਹਨਾਂ ਜਨਮਾਂ ਜਨਮਾਂ ਦੇ ਅੰਦਰ ਮਾੜੇ ਕੀਤੇ ਹੋਏ ਕਰਮਾਂ ਦੀ ਮੈਲ ਸੰਗਤ ਕਰਕੇ ਉਤਰ ਜਾਂਦੀ ਏ, ਮਨ ਤੇ ਜਾਏ ਗੁਮਾਨ। ਹੰਕਾਰ ਦਾ ਪਰਦਾ ਜਿਹੜਾ ਉਹ ਗੁਰੂ ਕੀ ਸੰਗਤ ਕਰਕੇ ਉਤਰ ਜਾਏਗਾ। ਇਹ ਸਾਹਿਬ ਅੰਦਰ ਦੇ ਇਸ਼ਨਾਨ ਦੀ ਗੱਲ ਕਰਦੇ ਜਾ ਰਹੇ ਨੇ। ਕਾਮ ਕ੍ਰੋਧ ਨਾ ਮੋਈਐ, ਬਿਨਸੈ ਲੋਭ ਸੁਆਨ। ਨਾ ਕਾਮ ਨਾ ਕ੍ਰੋਧ, ਇਹ ਵਿਕਾਰ ਜਿੰਨੇ ਵੀ ਹਨ ਤੈਨੂੰ ਛੱਡ ਕੇ ਜਾ ਸਕਦੇ ਨੇ ਜਦੋਂ ਤੂੰ ਗੁਰੂ ਕੇ ਬਚਨਾਂ ਨੂੰ ਪੜ੍ਹੇਗਾ, ਸੁਣੇਗਾ, ਸੰਗਤ ਕਰੇਗਾ। ਤੇ ਜੇ ਇੱਥੇ ਆ ਕੇ ਵੀ ਸਭ ਕੁਝ ਸੁਣੀ ਜਾਏ, ਸੰਗਤ ਵੀ ਕਰੀ ਜਾਏ ਤੇ ਤਬਦੀਲੀ ਇੱਥੇ ਵੀ ਕੋਈ ਨਹੀਂ, ਤੇ ਫਿਰ ਇਹ ਵੀ ਕਰਮ ਕਾਂਡੀਆਂ ਵਾਲਾ ਹੀ ਕੰਮ ਬਣ ਜਾਏਗਾ। ਸਾਹਿਬ ਕਹਿਣ ਲੱਗੇ ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਭਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨੇ ਦੇਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਇੱਥੇ ਆ ਕੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰੀ, ਨਹੀਂ ਤੇ ਸਾਹਿਬ ਕਹਿਣ ਲੱਗੇ ਇਹ ਕਰਮ ਕਾਂਡ ਦੀਆਂ ਗੱਲਾਂ ਤੇਰੇ ਉੱਪਰ ਹੀ ਲੱਗ ਜਾਂਦੀਆਂ ਨੇ। ਸਾਹਿਬ ਨੇ ਫਿਰ ਅੱਗੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਚੰਗਾ ਕੰਮ ਕਰੇਗਾ ਤੇ ਇਹ ਜਹਾਨ ਵੀ ਉਸਤਤ ਕਰਦਾ ਹੈ, ਉਸ ਦੇ ਨਾਲ ਪਰਿਵਾਰ ਦੀ, ਵੱਡਿਆਂ ਦੀ, ਕੁਲ ਦੀ ਉਸਤਤ ਵੀ ਹੋ ਜਾਂਦੀ ਏ ਕਿ ਫਲਾਣੀ ਕੁਲ ਦੇ ਅੰਦਰ ਇਹ ਮਕਾਨ ਪੁਰਖ ਪੈਦਾ ਹੋਇਆ, ਉਹ ਸਾਰਿਆਂ ਨੂੰ ਸੋਭਾ ਦਿਵਾ ਜਾਂਦਾ ਹੈ। ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਜੀਵਾਂ ਦੇ ਉੱਪਰ ਦਇਆ ਕਰ, ਕਿਸੇ ਦਾ ਬੁਰਾ ਨਾ ਮੰਗਦਾ ਫਿਰ ਜਦੋਂ ਜੀਵਾਂ ਉੱਪਰ ਦਇਆ ਕਰੇਗਾ। ਸਾਹਿਬ ਕਹਿਣ ਲੱਗੇ 68 ਤੀਰਥਾਂ ਦਾ ਇਸ਼ਨਾਨ ਘਰ ਦੇ ਅੰਦਰ ਹੀ ਬੈਠ ਕੇ ਹੋ ਜਾਏਗਾ, ਕਿਤੇ ਵੀ ਭਟਕਣ ਦੀ ਲੋੜ ਨਹੀਂ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਪਰ ਜਿਸ ਦੇ ਉੱਪਰ ਦਇਆ ਹੋ ਜਾਂਦੀ ਏ, ਬਖਸ਼ਿਸ਼ ਰਹਿਮਤ ਕਿਰਪਾ ਤੇ ਉਸ ਦੀ ਹਰ ਸਮੇਂ ਵਰਸ ਰਹੀ ਏ। ਪਰ ਜਿਸ ਦਿਨ ਤੂੰ ਗੁਰੂ ਦੀ ਕਿਰਪਾ ਦੇ ਨਾਲ ਤਿਆਰ ਹੋ ਜਾਏਗਾ, ਸਾਹਿਬ ਨੇ ਬਖਸ਼ਿਸ਼ ਕੀਤੀ ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਉਹੀ ਪੁਰਖ, ਉਹੀ ਇਨਸਾਨ ਸਿਆਣਾ, ਸੁਚੱਜਾ, ਦਾਨੀ, ਸੁਜਾਨ ਬਣ ਜਾਂਦਾ ਹੈ ਜਿਸ ਨੇ ਗੁਰੂ ਕੀ ਬਖਸ਼ਿਸ਼ ਰਹਿਮਤ ਲੈ ਲਈ। ਉਸ ਦੇ ਹਿਰਦੇ ਅੰਦਰ ਦਇਆ ਆ ਜਾਂਦੀ ਏ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਇੱਕ ਪਾਸੇ ਸਤਿਗੁਰੂ ਕਰਮ ਕਾਂਡੀਆਂ ਨੂੰ ਫਟਕਾਰ ਪਾ ਰਹੇ ਨੇ ਕਿ ਕਰਮ ਕਾਂਡਾਂ ਅੰਦਰ ਉਲਝ ਕੇ ਜੀਵਨ ਨੂੰ ਬਤੀਤ ਕਰੀ ਜਾਂਦੇ ਹੋ। ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਵਿਹੂਣ ਸੁਖੀ ਕਿਉਂ ਸੋਵੈ। ਸਾਹਿਬ ਕਹਿਣ ਲੱਗੇ ਸ਼ਰਮ ਆਉਣੀ ਚਾਹੀਦੀ ਏ, ਅਸਲੇ ਨਾਲ ਨਹੀਂ ਜੁੜਿਆ ਤੇ ਜਿਹੜੇ ਜੁੜ ਜਾਂਦੇ ਨੇ ਸਾਹਿਬ ਦਾ ਘਰ ਉਹਨਾਂ ਤੋਂ ਕੁਰਬਾਨ ਜਾ ਰਿਹਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੇ ਗੁਰੂ ਨਾਲ, ਪਰਮੇਸ਼ਰ ਨਾਲ ਸਾਂਝ ਬਣਾ ਲਈ, ਸਾਹਿਬ ਕਹਿਣ ਲੱਗੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਮੰਗ
ਸੁੱਚੇ ਸੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਅੰਦਰ ਸਾਹਿਬ ਕਹਿਣ ਲੱਗੇ ਮੈਂ ਉਹਨਾਂ ਨੂੰ ਸੁੱਚੇ ਆਖਾਂਗਾ ਜਿਨ੍ਹਾਂ ਉੱਪਰ ਗੁਰੂ ਮਿਹਰਬਾਨ ਹੋ ਜਾਂਦਾ ਹੈ। ਜਿਹੜੇ ਕਰਮ ਕਾਂਡਾਂ ਅੰਦਰ ਉਲਝ ਗਏ, ਥਾਂ ਥਾਂ ਤੇ ਤੁਰੇ ਫਿਰਦੇ ਨੇ, ਉਹਨਾਂ ਤੋਂ ਗੁਰੂ ਦਾ ਘਰ ਕਦੀ ਵੀ ਮਿਹਰਬਾਨ, ਕਦੀ ਵੀ ਕੁਰਬਾਨ ਨਹੀਂ ਜਾਂਦਾ। ਸਾਹਿਬ ਨੇ ਤੇ ਪਾਵਨ ਬਾਣੀ ਅੰਦਰ ਵੀ ਕਿਹਾ, ਕਹਿਣ ਲੱਗੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ। ਇਹ ਭਗਤਾਂ ਦੇ ਕੰਮ ਨਹੀਂ, ਪੁੱਗਿਆਂ ਹੋਇਆਂ ਦੇ ਕੰਮ ਨਹੀਂ, ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਆ ਗਿਆ, ਜਿਹੜੇ ਗੁਰੂ ਘਰ ਦੇ ਅੰਦਰ ਸਿੱਖਾਂ ਦੇ ਘਰਾਂ ਅੰਦਰ ਪੈਦਾ ਹੋ ਗਏ, ਜਿਨ੍ਹਾਂ ਨੂੰ ਕੁਝ ਸਮਝ ਪੈ ਗਈ, ਉਹ ਥਾਂ ਥਾਂ ਤੇ ਤੁਰੇ ਫਿਰਨ। ਤੇ ਸਾਹਿਬ ਕਹਿਣ ਲੱਗੇ ਇਹ ਨਹੀਂ ਭਾਉਂਦਾ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ। ਨਾਰਾਇਣ ਸੋ ਪ੍ਰਸੰਨ ਕੋਈ ਤਾਂ ਸੇਵਕ ਨਾਮਾ। ਕਹਿਣ ਲੱਗੇ ਇਹ ਕਰਮ ਕਾਂਡੀਆਂ ਦਾ ਰਸਤਾ ਹੋ ਸਕਦਾ ਹੈ, ਰੱਬ ਦੇ ਪਿਆਰਿਆਂ ਦਾ ਇਹ ਰਸਤਾ ਨਹੀਂ। ਸਤਿਗੁਰੂ ਪਾਵਨ ਬਾਣੀ ਅੰਦਰ ਜੇ ਆਪਾਂ ਨਿਤਨੇਮ ਪੜ੍ਹਦੇ ਆ ਤੇ ਤਾਂ ਸਾਹਿਬ ਕਹਿਣ ਲੱਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਕ ਧਿਆਨ ਲਗਾਇਓ। ਨਾਥ ਫਿਰਿਓ ਲਈ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਹੀ ਭਟਕਣਾ ਦੇ ਅੰਦਰ ਜੀਵਨ ਬਤੀਤ ਹੋ ਜਾਂਦਾ ਹੈ, ਪਰ ਜਿਹੜੇ ਸੱਚ ਦੇ ਰਸਤੇ ਤੇ ਤੁਰ ਪਏ, ਜਿਨ੍ਹਾਂ ਨੂੰ ਗੁਰੂ ਦੀ ਰਾਹੀਂ ਸਮਝ ਪੈ ਗਈ, ਉਹ ਜਿਉਂਦੇ ਜੀ ਆਪਣੇ ਹਿਰਦੇ ਅੰਦਰ ਗੁਰੂ ਦਾ ਗਿਆਨ ਟਿਕਾ ਕੇ ਮਾਲਕ ਦੇ ਵਿੱਚ ਇਕਮਿਕ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਘਰ ਦੇ ਅੰਦਰ ਬੈਠਿਆ ਹੀ ਸੁਚੱਜਾ ਹੋ ਜਾਂਦਾ ਹੈ। ਸਾਹਿਬ ਕਹਿਣ ਲੱਗੇ ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ, ਤੀਰਥਾਂ ਤੇ ਮੈਂ ਤਾਂ ਭਟਕਦਾ ਫਿਰਾਂ ਜੇ ਰੱਬ ਘਰ ਦੇ ਅੰਦਰ ਨਹੀਂ। ਹਾਂ ਬੱਚਿਆਂ ਨੂੰ ਤੀਰਥਾਂ ਤੇ ਲੈ ਕੇ ਜਾਈਏ, ਉਥੋਂ ਦੇ ਇਤਿਹਾਸ ਨੂੰ ਆਪਣੀ ਸੁਰਤ ਅੰਦਰ ਟਿਕਾਉਣ ਦਾ ਯਤਨ ਕਰੀਏ ਤੇ ਫਿਰ ਤੀਰਥਾਂ ਤੇ ਗਿਆ ਵੀ ਸਫਲਾ ਹੋ ਜਾਏਗਾ, ਨਹੀਂ ਤੇ ਸਾਰਾ ਕੁਝ ਵਿਖਾਵਾ ਬਣ ਕੇ ਰਹਿ ਜਾਏਗਾ। ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਗਿਆਨ ਸਾਡੀ ਸੁਰਤ ਅੰਦਰ ਟਿਕੇ ਤਾਂ ਸਾਡੇ ਜੀਵਨ ਦੇ ਅੰਦਰ ਕੁਝ ਕ੍ਰਾਂਤੀ ਆਏਗੀ। ਸਹਿ ਬਖਸ਼ਿਸ਼ ਰਹਿਮਤ ਕਰਨ। ਇਹ ਮਹੀਨਾ ਸਾਰਿਆਂ ਦਾ ਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਸਫਲਾ ਹੋ ਜਾਏ ਜੀ। ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।